ਅੱਜ ਜ਼ਿੰਦਗੀ ਤੇ ਗੱਲਬਾਤ ਕਰਾਂਗੇ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਤੇ। ਮੇਰਾ ਜਨਮ शिमला 1945 ਦੇ ਵਿੱਚ। ਕਿਵੇਂ ਇੱਕ IPS ਅਫਸਰ ਤੋਂ ਖਾਲਿਸਤਾਨੀ ਬਣੇ? ਇਹ ਰਾਜ ਭਾਗ ਕਰਨ ਵਾਲੀ ਕੌਮ ਹੈ, ਇਹ ਆਲੂ ਮਟਰ ਗੋਭੀ ਨਹੀਂ ਹੈ। ਇਹਨਾਂ ਜਜ਼ਬਾ ਕਿੱਥੋਂ ਅੜੋਲ ਕਿਵੇਂ ਰਹੇ? ਮੈਂ ਆਪਣੀ ਕੌਮ ਨਾਲ ਰਹਿਣਾ ਚਾਹੁੰਦਾ ਸੀ, ਨਾ ਹਿੰਦੂ ਰਾਸ਼ਟਰ ਦੇ ਨਾਲ ਰਹਿਣਾ ਚਾਹੁੰਦਾ। ਖਾਲਿਸਤਾਨੀ ਬਣਨ ਤੋਂ ਬਾਅਦ ਇੱਕ IPS ਅਫਸਰ ਨੂੰ ਕਿਹੜੇ ਤਸ਼ੱਦਦ ਸਹਿਣੇ ਪਏ? ਬਹੁਤ ਤੰਗ ਕੀਤਾ ਗਿਆ ਮੈਨੂੰ। ਪੱਥਰ ਦਾ ਥੜਾ ਸੀਗਾ ਜਿਹੜਾ ਮੇਰਾ ਮੰਜਾ ਹੁੰਦਾ ਸੀਗਾ, ਉੱਥੇ ਨਹਾਉਂਦਾ ਸੀਗਾ, ਜਿੱਥੇ ਧੋਂਦਾ ਸੀਗਾ, ਸਾਰਾ ਕੁਛ ਉੱਥੇ ਸੀਗਾ। ਪਰ ਸਰਦੀਆਂ 'ਚ ਠੰਡ ਬੜੀ ਸੀ। ਉਹਨਾਂ ਦੇ ਪਰਿਵਾਰ ਵਿੱਚ ਕੌਣ ਕੌਣ ਹੈ? ਮੇਰੇ 4 ਭੈਣ ਭਰਾ, ਮਦਰ, ਮੇਰੇ ਵਾਲਿਦ ਸਾਹਿਬ, ਡੈਡੀ ਸਾਹਿਬ, ਅਸੀਂ 6 ਜਾਣੇ ਸੀਗੇ। ਆਓ ਗੱਲਬਾਤ ਕਰਦੇ ਹਾਂ ਸਿਮਰਨਜੀਤ ਸਿੰਘ ਮਾਨ ਦੇ ਨਾਲ, ਉਹਨਾਂ ਦੀ ਜ਼ਿੰਦਗੀ ਤੇ। ਸਤਿ ਸ਼੍ਰੀ ਅਕਾਲ ਪ੍ਰਧਾਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਆਇਆਂ ਨੂੰ। ਸਾਰਿਆਂ ਨੂੰ ਪਹਿਲਾ ਸਵਾਲ ਜੀ, ਸਿੱਧੂ ਸਾਹਿਬ ਜੀ, ਜਨਮ ਕਿੱਥੇ ਹੋਇਆ ਸਰ? ਭੈਣ ਭਰਾ ਕੌਣ ਹੈ? ਕਿੰਨੀ ਉਮਰ ਹੈ? ਮੇਰਾ ਜਨਮ शिमला ਪੰਜਾਬ ਦੇ ਵਿੱਚ, ਬ੍ਰਿਟਿਸ਼ ਇੰਡੀਆ ਦੇ ਵਿੱਚ ਹੋਇਆ ਸੀ 1945 ਦੇ ਵਿੱਚ। ਠੀਕ ਹੈ ਜੀ। ਮੇਰੇ 4 ਭੈਣ ਭਰਾ, ਮੇਰੇ ਮਦਰ, ਮੇਰੇ ਵਾਲਿਦ ਸਾਹਿਬ, ਡੈਡੀ ਸਾਹਿਬ, ਠੀਕ ਹੈ ਜੀ। ਅਸੀਂ 6 ਜਾਣੇ ਸੀਗੇ। ਠੀਕ ਹੈ ਜੀ। ਮੇਰੀਆਂ 3 ਦਾਦੀਆਂ, 2 ਨਾਨੀਆਂ ਠੀਕ ਹੈ ਜੀ। ਸਾਡੇ ਕੋਲ ਹੀ ਰਹਿੰਦੀਆਂ ਸੀ। ਅਸੀਂ ਇੱਕ ਬਹੁਤ ਵੱਡੇ ਪਰਿਵਾਰ ਦੇ ਵਿੱਚ ਰਿਹਾ ਕਰਦੇ ਸੀਗੇ। ਠੀਕ ਹੈ ਜੀ। ਮਾਨ ਸਾਹਿਬ, ਤੁਸੀਂ ਇੱਕ ਤੁਹਾਡੇ ਤੋਂ ਹੋਰ ਵੀ ਜਾਣਨਾ ਚਾਹੁੰਦੇ ਹਾਂ, ਕਹਿੰਦੇ ਕਿ ਆਜ਼ਾਦੀ ਤੋਂ ਪਹਿਲਾਂ ਵੀ ਸ਼੍ਰੋਮਣੀ ਕਮੇਟੀ ਜਾਂ ਜੋ ਹਰਿਮੰਦਰ ਸਾਹਿਬ ਨੇ ਉਹਦੇ ਤੇ ਪ੍ਰਧਾਨ ਰਹੇ, ਉਹ ਕੌਣ ਸੀ? ਉਹ ਮੇਰੇ ਨਾਨਾ ਜੀ ਸੀਗੇ, ਸਰ ਅਰੂੜ ਸਿੰਘ। ਠੀਕ ਹੈ ਜੀ। ਉਹਨਾਂ ਨੇ ਸਰੋਪਾ ਦਿੱਤਾ ਸੀ ਜਨਰਲ ਡਾਇਰ ਨੂੰ। ਠੀਕ ਹੈ ਜੀ। ਕਿਉਂ ਕਰਕੇ ਜਿਹੜਾ ਪ੍ਰਿੰਸੀਪਲ ਸੀਗੇ ਖਾਲਸਾ ਕਾਲਜ ਦੇ, ਠੀਕ ਹੈ ਜੀ, ਉਹਨਾਂ ਨੇ ਕਿਹਾ ਸੀ, ਉਹ ਅੰਗਰੇਜ਼ ਸੀਗੇ, ਕਿ ਜਨਰਲ ਡਾਇਰ ਬਹੁਤ ਭਾਰੀ ਜੋਸ਼ 'ਚ ਹੈ। ਠੀਕ ਹੈ ਜੀ। ਤੇ ਇਹਦਾ ਕੋਈ ਪਤਾ ਨਹੀਂ ਹੈ ਕੀ ਕਰੂਗਾ। ਠੀਕ ਹੈ ਜੀ। ਮੈਨੂੰ ਪਤਾ ਲੱਗਿਆ ਕਿ ਸਰਕਾਰ ਜਲਿਆਂਵਾਲੇ ਬਾਗ ਦੇ ਉੱਤੇ ਬੰਬਬਾਰੀ ਕਰੂਗੀ। ਠੀਕ ਹੈ ਜੀ। ਤੇ ਉਹਨਾਂ ਦਿਨਾਂ ਦੇ ਵਿੱਚ ਤੁਹਾਨੂੰ ਪਤਾ ਹੈ, ਬੰਬ ਮੀਲ ਇੱਧਰ ਡਿੱਗਦਾ ਸੀ, ਮੀਲ ਉੱਧਰ ਡਿੱਗਦਾ ਸੀ। ਠੀਕ ਹੈ ਜੀ। ਅੱਜ ਦੇ ਦਿਨ ਦੇ ਵਿੱਚ ਇੰਨੀ ਪ੍ਰੈਸੀਜਨ ਬੰਬਿੰਗ ਹੈ, ਤੇ ਜੇ ਅਮਰੀਕਾ ਦੇ ਬੰਬਰਸ ਕਹਿਣ ਕਿ ਅਸੀਂ ਇੱਥੇ ਜਿੱਥੇ ਟੈਲੀਵਿਜ਼ਨ ਇੰਟਰਵਿਊ ਕਰਨੀ ਹੈ ਜੀ, ਉੱਥੇ ਬੰਬ ਨੂੰ ਦੇਖ ਸਕਦੇ ਸੀਗੇ। ਫਿਰ ਉਹ ਪ੍ਰਿੰਸੀਪਲ ਨੇ ਕਿਹਾ ਸੀ, ਇਹਨੂੰ ਕਿਸੇ ਤਰ੍ਹਾਂ ਠੰਡਾ ਕਰੋ। ਠੀਕ ਹੈ ਜੀ। ਫਿਰ ਉਹਨਾਂ ਨੇ ਦਰਬਾਰ ਸਾਹਿਬ ਬੁਲਾਇਆ ਸੀਗਾ, ਉਸ ਨੂੰ ਠੰਡਾ ਕੀਤਾ। ਹਾਂਜੀ। ਉਹਨੂੰ ਕਿਹਾ ਕਿ ਤੂੰ ਸਿੱਖ ਬਣ ਜਾ। ਉਹ ਕਹਿੰਦਾ ਮੈਂ ਸਿਗਰਟਾਂ ਪੀਂਦਾ, ਮੈਂ ਸਿੱਖ ਨਹੀਂ ਬਣ ਸਕਦਾ। ਠੀਕ ਹੈ ਜੀ। ਤੇ ਮੇਰੇ ਨਾਨਾ ਜੀ ਨੇ ਕਿਹਾ ਸੀਗਾ, ਤੇਰੀਆਂ ਸਿਗਰਟਾਂ ਅਸੀਂ ਛੁਡਾ ਦੇਵਾਂਗੇ। ਠੀਕ ਹੈ ਜੀ। ਤੇ ਫਿਰ ਬਹੁਤ ਹੱਸਿਆ, ਜਿਹਦਾ ਮਤਲਬ ਹੈ ਕਿ ਨਾਨਾ ਜੀ ਨੂੰ ਪਤਾ ਲੱਗਿਆ ਕਿ ਹੁਣ ਠੰਡੀ ਤਬੀਅਤ ਹੋ ਗਈ ਹੈ। ਹਾਂਜੀ। ਤੇ ਫਿਰ ਉਹਦਾ ਸਤਿਕਾਰ ਕਰਕੇ ਵਾਪਸ ਭੇਜਤਾ ਸੀਗਾ। ਠੀਕ ਹੈ ਜੀ। ਕੋਈ ਇਹੋ ਜਿਹੀ ਗੱਲ ਨਹੀਂ ਕੀਤੀ। ਜਿਹੜਾ ਮੈਨੂੰ ਕਹਿੰਦੇ ਆ ਕਿ ਤੇਰਾ ਨਾਨੇ ਨੇ ਜਨਰਲ ਡਾਇਰ ਨੂੰ ਸਰੋਪਾ ਦਿੱਤਾ ਸੀਗਾ ਜੀ, ਜੇ ਬਾਦਲ, ਟੌੜਾ, ਤਲਵੰਡੀ, ਇੰਦਰਾ ਗਾਂਧੀ ਨੂੰ ਉਸ ਵੇਲੇ ਠੰਡਾ ਕਰ ਲੈਂਦੇ ਜੀ, ਤਾਂ ਦਰਬਾਰ ਸਾਹਿਬ ਦੇ ਉੱਤੇ ਇਹੋ ਜਿਹਾ ਅਟੈਕ ਨਹੀਂ ਸੀ ਹੋਣਾ। ਤੇ ਸਾਡੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੇ, ਅਮਰੀਕ ਸਿੰਘ ਨੇ, ਬਾਬਾ ਅਠਾਰਾ ਸਿੰਘ ਨੇ, ਤੇ 25,000 ਸਿੱਖ ਜਿਹੜੇ 6 ਜੂਨ ਨੂੰ ਦਰਬਾਰ ਸਾਹਿਬ ਆਏ ਸੀਗੇ 5ਵੇਂ ਪਾਤਸ਼ਾਹ ਦਾ ਸ਼ਹੀਦੀ ਦਿਵਸ ਮਨਾਉਣ ਦੇ ਲਈ ਜੀ, ਉਹਨਾਂ ਦਾ ਨਾਸ ਨਹੀਂ ਸੀ ਹੋਣਾ, ਉਹਨਾਂ ਦੀ ਕਤਲੇਆਮ ਨਹੀਂ ਸੀ ਹੋਣੀ ਜੀ। ਇਹ ਸਾਰਾ ਕੁਝ ਆਪਣਾ ਬਚ ਸਕਦਾ ਸੀ। ਜਿਹੜਾ 36 ਹੋਰ ਗੁਰਦੁਆਰਿਆਂ ਦੇ ਵਿੱਚ ਮਿਲਟਰੀ ਹਮਲੇ ਹੋਏ ਹੈ। ਠੀਕ ਹੈ ਜੀ। ਸੋ ਅਸੀਂ ਸਮਝਦੇ ਹਾਂ, ਮੇਰਾ ਪਰਿਵਾਰ ਸਮਝਦਾ ਹੈ, ਮੈਂ ਸਮਝਦਾ ਕਿ ਮੇਰੇ ਨਾਨਾ ਜੀ ਨੇ ਠੀਕ ਕੀਤਾ।
ਦੂਸਰੀ ਗੱਲ ਮੈਂ ਸਮਝਦਾ ਜੀ ਕਿ ਸਿੱਖਾਂ ਨੇ ਸਭ ਤੋਂ ਜ਼ਿਆਦਾ ਆਜ਼ਾਦੀ ਦੇ ਲਈ ਸ਼ਹੀਦੀਆਂ ਦਿੱਤੀਆਂ, ਜੀ ਪਰ ਸਾਡੀ ਕੌਮ ਨੇ ਇਹ ਨਹੀਂ ਸੋਚਿਆ ਕਿ ਅਸੀਂ ਛਾਲ ਤਾਂ ਮਾਰਨ ਲੱਗੇ ਹਾਂ, ਜੀ ਪਰ ਇਹ ਟੋਏ ਨੂੰ ਪਾਰ ਕਰ ਲਾਂਗੇ ਕਿ ਨਹੀਂ। ਜੀ ਉਹਨਾਂ ਨੇ ਸ਼ਹੀਦੀਆਂ ਦੇਤੀਆਂ। ਜੀ ਤੇ ਜਿਵੇਂ ਕੋਇਲ ਹੈ, ਉਹ ਆਂਡਾ ਕਾਵਾਂ ਦੇ ਆਲਣੇ 'ਚ ਦਿੰਦੀ ਹੈ ਜੀ ਤੇ ਕਾਂ ਉਹਦੇ ਬੱਚੇ ਕੱਢਦੇ ਹੈ। ਜੀ ਇਸੇ ਤਰ੍ਹਾਂ ਕੁਰਬਾਨੀਆਂ ਕਾਹਦੇ ਲਈ ਸਿੱਖਾਂ ਨੇ ਜ਼ਿਆਦਾ ਦਿੱਤੀਆਂ? ਕਹਿੰਦੇ ਅਸੀਂ ਅੰਗਰੇਜ਼ਾਂ ਨੂੰ ਬਾਹਰ ਕੱਢਣਾ ਹੈ। ਜੀ ਉਹਦਾ ਫਲ ਕਿਹਨੂੰ ਮਿਲਿਆ? ਮੁਹੰਮਦ ਅਲੀ ਜਿਨ੍ਹਾਂ ਨੇ ਪਾਕਿਸਤਾਨ ਆਪਣਾ ਮੁਲਕ ਬਣਾ ਲਿਆ, ਜੀ ਨਹਿਰੂ, ਗਾਂਧੀ, ਪਟੇਲ ਨੇ ਜਿਨ੍ਹਾਂ ਨੇ ਆਪਣਾ ਹਿੰਦੂ ਮੁਲਕ ਇੰਡੀਆ ਬਣਾ ਲਿਆ। ਜੀ ਸਿੱਖਾਂ ਨੂੰ ਕੀ ਮਿਲਿਆ? ਜੀ ਇਹ ਉਹਨਾਂ ਨੂੰ ਪੁੱਛੋ ਜਿਨ੍ਹਾਂ ਨੇ ਕੁਰਬਾਨੀਆਂ ਕਰਵਾਈਆਂ। ਜੀ ਅੰਗਰੇਜ਼ਾਂ ਦੇ ਮਤਹਿਤ ਅਸੀਂ ਵੀ ਗੁਲਾਮ ਸੀਗੇ, ਸਿੱਖ ਹਿੰਦੂ ਵੀ ਗੁਲਾਮ ਸੀਗੇ, ਮੁਸਲਮਾਨ ਵੀ ਗੁਲਾਮ ਸੀਗੇ। ਜੀ ਤਿੰਨਾਂ ਦੀ ਗੁਲਾਮੀ ਦੇ ਵਿੱਚ ਸਾਡੀ ਬਰਾਬਰਤਾ ਸੀ। ਜੀ ਪਰ 1947 ਦੇ ਵਿੱਚ ਹਾਂਜੀ ਅੰਗਰੇਜ਼ ਦੇ ਛੱਡਣ ਦੇ ਨਾਲ ਇੰਡੀਆ ਦੇ ਵਿੱਚ ਜਿਹੜੇ ਅਸੀਂ ਵੱਸਦੇ ਹਾਂ, ਅਸੀਂ ਹਿੰਦੂ ਦੇ ਗੁਲਾਮ ਬਣ ਗਏ ਹੈਗੇ ਹੈ। ਪਾਕਿਸਤਾਨ 'ਚ ਜਿਹੜੇ ਵੱਸਦੇ ਉਹ ਮੁਸਲਮਾਨ ਦੇ ਗੁਲਾਮ ਬਣ ਗਏ। ਜੀ ਇਹਦਾ ਮੈਨੂੰ ਦਲੀਲ ਕੋਈ ਚੰਗਾ ਜਥੇਦਾਰ ਜਾਂ ਪੜ੍ਹਿਆ ਲਿਖਿਆ ਦੱਸੇ ਕਿ ਸਿੱਖਾਂ ਨੂੰ ਫਾਇਦਾ ਕੀ ਹੋਇਆ ਅੰਗਰੇਜ਼ਾਂ ਦਾ ਪਿੱਛਾ ਛੱਡ ਕੇ। ਮਾਨ ਸਾਹਿਬ ਤੁਹਾਡੀ ਤੁਸੀਂ ਜਦੋਂ ਆਈਪੀਐਸ ਕੀਤੀ ਹੈ ਉਹ ਕਿਹੜੇ ਬੈਚ ਕੀਤੀ ਹੈ? ਅਸੀਂ ਅਕਸਰ ਹੀ ਦੇਖਦੇ ਹਾਂ ਕਿ ਉਸ ਸਮੇਂ ਦੇ ਵਿੱਚ ਆਈਪੀਐਸ ਕਰਨਾ ਵੀ ਇੱਕ ਵੱਡੀ ਗੱਲ ਸੀ। ਅੱਜ ਵੀ ਵੱਡੀ ਗੱਲ ਹੈ, ਪਰ ਉਸ ਸਮੇਂ ਤਾਂ ਪੜ੍ਹਾਈ ਦਾ ਜਦੋਂ ਆਮ ਪਿੰਡਾਂ ਦੇ ਵਿੱਚ ਪੜ੍ਹਾਈ ਪਹੁੰਚੀ ਵੀ ਨਹੀਂ ਸੀ। ਕਿਹੜੇ ਸਾਲ ਦੇ ਵਿੱਚ ਕਿਹੜੇ ਬੈਚ ਦੇ ਤੁਸੀਂ ਆਈਪੀਐਸ? 1967। ਠੀਕ ਹੈ। ਤੁਹਾਡੇ ਕੋਈ ਜਿਹੜੇ ਨਾਲ ਦੇ ਉਸ ਸਮੇਂ ਦੇ ਬੈਚਮੇਟ ਤੁਹਾਡੇ ਜੀ? हाँ, बड़े बड़े ਵੱਡੇ ਡੀਜੀਪੀ बने हैं, रॉ ਦੇ ਮੁਖੀ बने हैं जी, आईबी ਦੇ ਮੁਖੀ बने हैं, ਸਾਰੇ बड़े बड़े ਵਧੇ ਅਹੁਦਿਆਂ ਦੇ ਉੱਤੇ। ਠੀਕ ਹੈ। ਬਾਹਰ ਦੇ ਮੁਲਕਾਂ ਦੇ ਵਿੱਚ ਬਹੁਤ ਚੰਗਾ ਉਹਨਾਂ ਨੇ ਕੰਮ ਕੀਤਾ ਹੈ। ਠੀਕ ਹੈ ਜੀ। ਤੇ ਹਿੰਦੂਤਵਾ ਦੇ ਲਈ ਸੀਆਈਡੀ ਕੀਤੀ ਹੈ। ਜਿਹੜੇ ਸਾਡੇ ਗੁਰਦੁਆਰੇ ਕੈਨੇਡਾ ਬਾਹਰ ਦੇ ਮੁਲਕਾਂ 'ਚ ਹੈਗੇ ਆ ਜੀ, ਉਹਨਾਂ ਦੇ ਉੱਤੇ ਆਪਣੀ ਯਾਰੀ ਦੋਸਤੀ ਬਣਾ ਕੇ ਰੱਖੀ ਹੈ। ਜੀ, ਜਿਹੜੇ ਸਿੱਖ ਉਹਨਾਂ ਦੇ ਹੱਕ 'ਚ ਹੁੰਦੇ ਸੀਗੇ ਉਹਨਾਂ ਨੂੰ ਵੀਜ਼ੇ ਦਵਾ ਦਿੰਦੇ ਸੀਗੇ ਇੰਡੀਆ ਆਉਣ ਨੂੰ। ਜਿਹੜੇ ਉਹਨਾਂ ਦੇ ਹੁਕਮ 'ਚ ਨਹੀਂ ਸੀ ਆਉਂਦੇ ਉਹਨਾਂ ਨੂੰ ਨਹੀਂ ਸੀ ਦਵਾਉਂਦੇ। ਜੀ, ਠੀਕ ਹੈ। ਤੇ ਅਸੀਂ ਕੈਨੇਡਾ ਨੂੰ ਵੀ ਪੁੱਛਿਆ, ਅਮਰੀਕਾ ਨੂੰ ਵੀ ਪੁੱਛਿਆ ਕਿ ਜੇ ਇੰਡੀਆ ਦੀਆਂ ਰॉ ਏਜੰਸੀਜ਼ ਤੇ ਇੰਟੈਲੀਜੈਂਸ ਬਿਊਰੋ ਜੀ, ਉੱਥੇ ਸਾਡੇ ਗੁਰਦੁਆਰਿਆਂ ਤੇ ਸਿੱਖਾਂ ਦਾ ਪਿੱਛਾ ਕਰਦੇ ਹੈ ਜੀ, ਤੇ ਫਿਰ ਤੁਸੀਂ ਇੰਪੀਰੀਅਮ ਇਨ ਇੰਪੀਰੀਓ ਦੇ ਵਿੱਚ ਬਿਲੀਵ ਕਰਦੇ ਹੋ, ਜਿਹਦਾ ਮਤਲਬ ਹੈ ਬਾਦਸ਼ਾਹੀ ਦੇ ਅੰਦਰ ਇੱਕ ਹੋਰ ਬਾਦਸ਼ਾਹੀ। ਜੀ, ਕਿ ਇੱਕ ਤਾਂ ਅਮਰੀਕਾ ਦੀ ਬਾਦਸ਼ਾਹੀ ਹੈ, ਪਰ ਕੋਈ ਵੀ ਮੁਲਕ ਦੂਜੀ ਬਾਦਸ਼ਾਹੀ ਨੂੰ ਅੰਦਰ ਥੋੜੀ ਇਹ ਆਉਣ ਦਿੰਦਾ ਹੈ ਜਾਂ ਕੰਮ ਕਰਨ ਦਿੰਦਾ ਹੈ। ਬਿਲਕੁਲ ਨਾ ਕੈਨੇਡਾ ਦੇ ਵਿੱਚ ਵੀ ਇੰਪੀਰੀਅਮ ਇਨ ਇੰਪੀਰੀਓ ਚੱਲ ਰਿਹਾ ਇੰਡੀਆ ਦਾ, ਸਿਰਫ ਸਿੱਖਾਂ ਦੇ ਉੱਤੇ ਨਿਗਰਾਨੀ ਰੱਖਣ ਦਾ। ਠੀਕ ਹੈ। ਵਲਾਇਤ ਦੇ ਵਿੱਚ ਵੀ, ਫਰਾਂਸ ਦੇ ਵਿੱਚ ਵੀ, ਨਿਊਜ਼ੀਲੈਂਡ ਦੇ ਵਿੱਚ ਵੀ, ਆਸਟ੍ਰੇਲੀਆ 'ਚ ਵੀ, ਜੀ, ਜਿਹੜੇ ਵੀ ਜਮਹੂਰੀਅਤ ਪਸੰਦ ਮੁਲਕ ਹੈ ਜੀ, ਉੱਥੇ ਸਾਡੀ ਰॉ ਤੇ ਆਈਬੀ ਸਾਡੇ ਸਿੱਖਾਂ ਦਾ ਪਿੱਛਾ ਕਰਕੇ ਇਹਨਾਂ ਦਾ ਪਤਾ ਰੱਖਦੀ ਹੈ ਕਿ ਕੀ ਕਰਦੇ ਆ, ਕਿਹਦੇ ਨਾਲ ਚੱਲਦੇ ਹੈ, ਜਿਹੜਾ ਕਿ ਉਹਨਾਂ ਮੁਲਕਾਂ ਦੀ ਜਿਹੜੀ ਸੋਵਰਨਟੀ ਹੈ, ਬਾਦਸ਼ਾਹੀ ਹੈ, ਉਹਦੇ ਵਿੱਚ ਦਖਲ ਅੰਦਾਜ਼ੀ ਦਿੰਦੇ ਹੈ ਤੇ ਉਹ ਮੁਲਕ ਬਰਦਾਸ਼ਤ ਕਰਦੇ ਹੈ, ਜਿਹੜੀ ਇੱਕ ਬਹੁਤ ਸ਼ਰਮਨਾਕ ਚੀਜ਼ ਹੈ। ਸ਼ਰਮਨਾਕ। ਮਾਨ ਸਾਹਿਬ ਜਦੋਂ ਤੁਸੀਂ ਆਈਪੀਐਸ ਬਣੇ ਉਸ ਤੋਂ ਬਾਅਦ ਪੰਜਾਬ ਤੋਂ ਬਿਨਾਂ ਕਿਸੇ ਹੋਰ ਸਟੇਟ ਦੇ ਵਿੱਚ ਵੀ ਡਿਊਟੀ ਦਿੱਤੀ ਹੈ? ਹਾਂ, ਮੈਂ ਬੰਬੇ ਦਿੱਤੀ ਹੈ। ਮੇਰੇ ਕੋਲੇ ਸਾਰਾ ਲਹਿੰਦੇਵਲ ਦਾ ਇੰਡੀਆ ਮੇਰੇ ਕੋਲੇ ਸੀਗਾ। ਇਹ ਗੋਆ ਤੋਂ ਲੈ ਕੇ ਮੱਧ ਪ੍ਰਦੇਸ਼, ਯੂਪੀ, ਫਿਰ ਗੋਆ, ਬੰਬੇ, ਮਹਾਰਾਸ਼ਟਰ, ਜਿਹੜਾ ONGC ਹੈ ਜੀ, ਤੇਲ ਦਾ, ਜਿੰਨੇ ਵੀ ਉੱਥੇ ਬੰਦਰਗਾਹ ਸੀਗੀਆਂ ਬੰਬੇ ਦੀਆਂ, ਜੀ, ਗੋਆ ਦੀਆਂ ਬੰਦਰਗਾਹ, ਤੇ ਜਿਹੜਾ ਆਫਸ਼ੋਰ ਇਹ ਤੇਲ ਨਿਕਲਦਾ ਸੀ ਸਮੁੰਦਰ ਦੇ ਵਿੱਚ। ਠੀਕ ਹੈ ਜੀ।
ਉਹਦੀ ਸੁਰੱਖਿਆ ਸਾਰੀ ਮੇਰੇ ਕੋਲੇ ਸੀ। ਜਿਹੜੇ ਪੰਨਾਂ ਦੇ ਵਿੱਚ ਹੀਰੇ ਦੇ ਖਾਨ ਹੈਗੇ ਆ ਜੀ, ਉਹ ਵੀ ਮੇਰੇ ਕੋਲੇ ਸੀਗੇ। ਤੇ ਜਿਹੜੇ ਪੰਜਾਬੀਆਂ ਨੂੰ ਬਹੁਤ ਅੱਛੀ ਗੱਲ ਲੱਗੂਗੀ, ਨੀਮੇ 'ਚ ਜਿੱਥੇ ਫੀਮ ਬਣਦੀ ਹੈ ਉਹ ਵੀ ਮੇਰੇ ਥੱਲੇ ਸੀ। ਤੇ ਜਦੋਂ ਮੈਂ ਉਹਨਾਂ ਦੀ ਫੈਕਟਰੀ ਦੇ ਵਿੱਚ ਜਾਂਦਾ ਸੀਗਾ, ਏਡੀ ਏਡੀ ਫੀਮ ਦੇ ਉੱਤੋਂ ਦੀ ਮੈਂ ਚੱਲਦਾ ਸੀਗਾ। ਜੀ, ਤੇ ਮੈਂ ਕਹਿੰਦਾ ਸੀਗਾ ਕਿ ਮੇਰੇ ਮਾਮਾ ਜੀ ਫੀਮ ਖਾਂਦੇ ਆ ਜੀ, ਕਿ ਜੇ ਮੇਰੇ ਬੂਟਾਂ ਨੂੰ ਥੋੜ੍ਹੀ ਜਿਹੀ ਲੱਗ ਜੇ ਮੈਂ ਉਹਨਾਂ ਲਈ ਵੀ ਲੈ ਜਾਊਂਗਾ। ਤੇ ਉੱਥੇ ਏਡੇ ਏਡੇ ਭੰਡਾਰ ਫੀਮ ਦੇ ਸੀਗੇ, ਜੀ, ਜਿਹੜਾ ਸਾਡੇ ਇੱਥੋਂ ਦੇ ਲੋਕ ਜੇ ਦੇਖ ਲੈਣ ਹਾਂਜੀ, ਉਹਨਾਂ ਦਾ ਮਨ ਐ ਹੋਊਗਾ ਡੋਲ ਕਿ ਜਾਊਗਾ, ਹੈਂ। ਇੱਥੇ ਹੀ ਰਹਿ ਜਾਈਏ। ਇੱਥੇ ਹੀ ਰਹਿ ਜੀਏ, ਇੱਥੇ ਰਹਿੰਦਾ ਹੈ। ਅੱਛਾ, ਜਦੋਂ ਤੁਸੀਂ ਇੱਕ IPS ਅਫਸਰ ਤੋਂ ਇੱਧਰ ਜਿਹੜੀ ਸੋਚ ਖਾਲਿਸਤਾਨ ਵਾਲੇ ਪਾਸੇ, ਇਹ ਕਿਹੜੇ ਕਦੋਂ ਮੋੜ ਕੱਟਿਆ ਇਸ ਚੀਜ਼ ਨੇ? ਇਹ ਸਰ ਸਾਹਿਬ ਸਾਡੇ ਪਰਿਵਾਰ 'ਚ ਸ਼ੁਰੂ ਤੋਂ ਸੀ। ਜੀ, ਜਦੋਂ ਪਾਕਿਸਤਾਨ ਬਣਿਆ, ਜਦੋਂ ਮੈਨੂੰ ਹੋਸ਼ ਆਈ ਹੈ, ਜੀ, ਮੇਰੇ ਜਿਹੜੇ ਬਜ਼ੁਰਗ ਤੇ ਮੇਰੇ ਮਦਰ ਸੀਗੇ, ਜੀ, ਇਹ ਖਾਲਿਸਤਾਨ ਪੱਖੀ ਸੀਗੇ, ਠੀਕ ਹੈ, ਪਰ ਇਹਨਾਂ ਤੋਂ ਬਣ ਨਹੀਂ ਹੋਇਆ। ਜੀ, ਕਿਉਂ ਕਰਕੇ ਮੇਰੇ ਜਿਹੜੇ ਬਜ਼ੁਰਗ ਸੀਗੇ ਜੀ, ਉਹ 1937 ਚ MLA ਬਣੇ ਸੀਗੇ। ਜੀ, ਉਹ STPC ਦੇ ਮੈਂਬਰ ਵੀ ਸੀਗੇ। ਜੀ, ਉਹ ਫੌਜ ਦੇ ਵਿੱਚ ਲੈਫਟੀਨੈਂਟ ਕਰਨਲ ਵੀ ਸੀਗੇ। ਜੀ, ਉਹ ਫਰਸਟ ਕਲਾਸ ਮੈਜਿਸਟ੍ਰੇਟ ਵੀ ਸੀਗੇ। ਜੀ, ਉਹ ਰਾਜ ਸਭਾ ਦੇ ਮੈਂਬਰ ਵੀ ਸੀਗੇ। ਜੀ, ਪੰਜਾਬ ਕੈਬਨਿਟ ਦੇ ਮਿਨਿਸਟਰ ਵੀ ਸੀਗੇ। ਜੀ, ਪੰਜਾਬ ਦੇ ਸਪੀਕਰ ਵੀ ਸੀਗੇ। ਜੀ, ਪਰ ਉਹਨਾਂ ਦਾ ਹੌਸਲਾ ਜੇਲ੍ਹ ਜਾਣ ਦਾ ਨਹੀਂ ਸੀਗਾ। ਠੀਕ ਹੈ, ਜੇ ਉਹ ਜੇਲ੍ਹ ਜਾ ਸਕਦੇ ਫਿਰ ਸਾਡੀ ਕੌਮ ਦੀ ਤਕਦੀਰ ਸ਼ਾਇਦ ਤਬਦੀਲ ਹੁੰਦੀ ਤੇ ਅਸੀਂ ਅਲੱਗਾ ਹੁੰਦੇ, ਜਿਵੇਂ ਪਾਕਿਸਤਾਨ ਤੇ ਇੰਡੀਆ ਹੈਗਾ, ਸਿੱਖਾਂ ਦਾ ਵੀ ਅਲੱਗਾ ਘਰ ਹੁੰਦਾ। ਅੱਛਾ, ਉਦੋਂ ਤੇ ਉਸ ਤੋਂ ਬਾਅਦ ਜਦੋਂ ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦਾ ਦੌਰ ਆਇਆ, ਤੁਸੀਂ ਕਿੰਨੇ ਵਾਰ ਉਦੋਂ ਨੌਕਰੀ ਦੌਰਾਨ ਮਿਲੇ ਜਾਂ ਨੌਕਰੀ ਤੋਂ ਬਾਅਦ ਉਹਨਾਂ ਨੂੰ ਮਿਲੇ? ਉਹ ਮੇਰੇ ਜ਼ਿਲ੍ਹੇ 'ਚ ਹੀ ਤਾਂ ਸੀਗੇ। ਠੀਕ ਹੈ, ਰੋਡਾ ਪਿੰਡ ਆ ਤੁਹਾਡੇ ਆਉਂਦਾ ਫਰੀਦਕੋਟ ਜ਼ਿਲ੍ਹੇ ਦਾ ਇੱਕ ਪਿੰਡ ਸੀਗਾ ਤੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਸਾਡੇ ਪਿੰਡ ਦੇ ਸੀਗੇ। ਠੀਕ ਹੈ ਜੀ, ਤੇ ਜਦੋਂ ਨਿਰੰਕਾਰੀਆਂ ਦਾ ਹਾਦਸਾ ਹੋਇਆ ਜੀ, ਉਦੋਂ ਉਹਨਾਂ ਨੂੰ ਸੱਟ ਬੜੀ ਲੱਗੀ ਸੀਗੀ ਜੀ, ਤੇ ਉਹ ਮੈਨੂੰ ਮਿਲਣ ਆਏ ਸੀਗੇ ਜੀ, ਤੇ ਉਹਨਾਂ ਨੇ ਸਾਰੀ ਗੱਲ ਬਾਤ ਦੱਸੀ ਸੀਗੀ। ਜੀ, ਤੇ ਮੈਨੂੰ ਕੋਈ ਖਾਬ ਆਇਆ ਜਾਂ ਮੈਂ ਸੋਚਿਆ ਜੀ, ਕਿ ਇਹ ਸ਼ਖਸੀਅਤ ਹੈ ਜਿਹੜੇ ਖਾਲਿਸਤਾਨ ਦੇ ਲਈ ਖੜ ਜਾਣਗੇ। ਤੇ ਮੈਂ ਕਿਹਾ ਕਿ ਬਾਬਾ ਜੀ, ਜਿਹੜੀ ਤੁਹਾਨੂੰ ਇਮਦਾਦ ਚਾਹੀਦੀ ਹੈ, ਕੁਛ ਵੀ ਹੈ, ਉਹ ਹਮੇਸ਼ਾ ਮੇਰੇ ਵੱਲੋਂ ਤੇ ਮੇਰੇ ਪਰਿਵਾਰ ਵੱਲੋਂ ਤੁਹਾਨੂੰ ਹਾਜ਼ਰ ਹੋਊਗੀ। ਜੀ, ਉਦੋਂ ਤੁਸੀਂ ਨਾਲ। ਅੱਛਾ, ਉਸ ਤੋਂ ਬਾਅਦ ਫਿਰ ਨੌਕਰੀ ਛੱਡਣ ਦਾ ਫੈਸਲਾ ਉਹ ਕਦੋਂ ਹੋਇਆ? ਉਹ ਜਦੋਂ ਬਲੂ ਸਟਾਰ ਹੋਇਆ 6 ਜੂਨ ਨੂੰ। ਠੀਕ ਹੈ ਜੀ, ਤੇ ਮੈਂ ਸਮਝਿਆ, ਮੈਂ ਪਿੰਡ ਆਇਆ ਹੋਇਆ ਸੀਗਾ ਸਰਕਾਰੀ ਕੰਮ ਤੇ। ਜੀ, ਤੇ ਮੈਂ ਆਪਣੇ ਟਿਊਬਵੈੱਲ ਤੇ ਨਹਾ ਰਿਹਾ ਸੀਗਾ ਜਦੋਂ BBC ਨੇ ਦੱਸਿਆ ਕਿ ਸੰਤ ਜਰਨੈਲ ਸਿੰਘ ਤੇ ਦਰਬਾਰ ਸਾਹਿਬ ਦੇ ਉੱਤੇ ਬਹੁਤ ਹਮਲਾ ਹੋਇਆ ਜੀ, ਤੇ ਸੰਤ ਜਰਨੈਲ ਸਿੰਘ ਸ਼ਹੀਦ ਹੋ ਗਏ ਹੈ। ਜੀ, ਤੇ ਪਹਿਲੀ ਵਾਰੀ ਮੈਂ ਜਦ ਦਾ ਇਹ ਉਮਰ ਦਾ ਹੋਇਆ, ਜੀ, ਮੇਰੀਆਂ ਅੱਖਾਂ 'ਚੋਂ ਆਂਸੂ ਡਿੱਗੇ ਸੀਗੇ। ਤੇ ਫਿਰ ਮੈਂ ਸੋਚਿਆ ਕਿ ਸਾਡੇ ਜਿਹੜਾ ਪਰਿਵਾਰ ਹੈ ਇਹਦੀ ਹਿਸਟਰੀ 1775 ਤੋਂ ਸ਼ੁਰੂ ਹੁੰਦੀ ਹੈ। ਠੀਕ ਹੈ ਜੀ, ਸਰਦਾਰ ਸਰਜਾ ਸਿੰਘ ਜਿਹੜੇ ਸਾਡੇ ਬਜ਼ੁਰਗ ਸੀਗੇ, ਠੀਕ ਹੈ ਜੀ, ਉਹ ਸੀਗੇ ਸਰਦਾਰ ਮਹਾਰਾਜਾ ਰਣਜੀਤ ਸਿੰਘ ਦੇ ਦਾਦਾ ਜੀ ਦਾ ਨਾਮ ਚਤਰ ਸਿੰਘ ਸੀਗਾ। ਚਤਰ ਸਿੰਘ ਜੀ। ਉਹਨਾਂ ਦੇ ਨਾਲ ਸੀਗੇ। ਜੀ, ਫਿਰ ਜਦੋਂ ਉਹ ਸੁਰਗਵਾਸ ਹੋ ਗਏ, ਫਿਰ ਮਹਾ ਸਿੰਘ ਜਿਹੜੇ ਮਹਾਰਾਜਾ ਰਣਜੀਤ ਸਿੰਘ ਦੇ ਬਾਪੂ ਜੀ ਪਿਤਾ ਜੀ, ਸੀਗੇ, ਜੀ, ਜੀ। ਉਹਨਾਂ ਨਾਲ ਰਹੇ। ਜੀ, ਫਿਰ 1799 ਦੇ ਵਿੱਚ ਜਦੋਂ ਮਹਾਰਾਜਾ ਰਣਜੀਤ ਸਿੰਘ ਤੇ ਅਸੀਂ ਲਾਹੌਰ ਦੇ ਵਿੱਚ ਵੜੇ ਆ, ਕਬਜ਼ਾ ਕੀਤਾ ਹੈ, ਜੀ, ਤੇ ਸਰਦਾਰ ਸਰਜਾ ਸਿੰਘ ਉਹਨਾਂ ਦੇ ਨਾਲ ਸੀਗੇ। ਜੀ, ਤੇ ਮੇਰਾ ਖਿਆਲ ਹੈ
ਕਿ ਸਾਡਾ ਪਰਿਵਾਰ ਸ਼ਾਇਦ ਪਹਿਲੇ ਸਿੱਖਾਂ 'ਚੋਂ ਹੋਊਗਾ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਹੈਗਾ। ਠੀਕ ਹੈ। ਸੋ ਮੈਂ ਸੋਚਿਆ ਕਿ ਜੇ ਸਾਡੀ ਕੌਮ ਨੇ ਇੰਨਾ ਕੁਛ ਸਾਡੇ ਪਰਿਵਾਰ ਨੂੰ, ਖਾਨਦਾਨ ਨੂੰ ਦਿੱਤਾ ਹੈ ਜੀ, ਤੇ ਫਿਰ ਹੁਣ ਮੌਕਾ ਹੈਗਾ ਕਿ ਉਹ ਜਿਹੜਾ ਕਰਜ਼ਾ ਹੈ ਉਹਨੂੰ ਜੀ। ਵਾਪਸ ਕਰੀਏ। ਜੀ। ਸੋ ਮੈਂ ਅਸਤੀਫਾ ਦੇਤਾ ਆਪਣੀ ਕੌਮ ਦੇ ਬਦਲੇ ਠੀਕ ਹੈ। IPS ਤੋਂ ਅਸਤੀਫਾ ਦਿੱਤਾ। ਅਸਤੀਫਾ ਦੇਣ ਤੋਂ ਬਾਅਦ ਫਿਰ ਕਿਹੜੇ ਪਾਸੇ ਮੰਨ ਲਓ ਤੁਰੇ ਤੇ ਕਿਹੜੀਆਂ ਸਮੱਸਿਆਵਾਂ ਉਦੋਂ ਫਿਰ ਸ਼ੁਰੂ ਹੋ ਗਈਆਂ? ਉਸ ਤੋਂ ਬਾਅਦ ਮੇਰੇ ਪਿੱਛੇ ਸਟੇਟ ਲੱਗ ਗਈ, ਮੈਨੂੰ ਲੱਭ ਰਹੀ ਸੀਗੀ। ਜੀ। ਰਿਬੇਰੋ ਸਾਡਾ ਡਾਇਰੈਕਟਰ ਜਨਰਲ ਆਫ ਪੁਲਿਸ ਸੀਗਾ ਜੀ। ਬੰਬੇ ਦਾ, ਜੀ। ਜਿਹੜਾ ਬਾਅਦ ਦੇ ਵਿੱਚ ਬੰਬੇ ਆਇਆ, ਜਿਹਨੇ ਕਿਹਾ ਕਿ ਇਹ ਬੁਲਟ ਫॉर ਬੁਲਟ ਨੇ ਇਹ ਝੂਠੇ ਮੁਕਾਬਲੇ ਸਿੱਖਾਂ ਦੇ ਨਾਲ ਕਰਨੇ ਸ਼ੁਰੂ ਕਰਤੇ। ਜੀ। ਤੇ ਕਮਲਜੀਤ ਸਿੰਘ ਸਾਡੇ ਉਸ ਵੇਲੇ ਡਿਪਟੀ ਹੋਮ ਮਿਨਿਸਟਰ ਸੀਗੇ। ਜੀ। ਫਿਰ ਰਿਬੇਰੋ ਦੇ ਨਾਲ ਜਾਂਦੇ ਹੁੰਦੇ ਸੀਗੇ ਇਹ ਮੰਡ ਦੇ ਏਰੀਏ ਦੇ ਵਿੱਚ, ਜਿੱਥੇ ਸਾਡੇ ਫਰੀडम ਫਾਈਟਰ ਸੀਗੇ। ਜੀ। ਤੇ ਉੱਥੋਂ ਇਹ ਥੱਲੇ ਨਿਸ਼ਾਨੇ ਲਾਉਂਦੇ ਹੁੰਦੇ ਸੀਗੇ ਦੋਨੋਂ ਜਾਣੇ ਹੈਲੀਕਾਪਟਰ ਤੋਂ। ਠੀਕ ਹੈ ਜੀ। ਸਿੱਖਾਂ ਦੇ ਉੱਤੇ। ਤੇ ਇਸ ਤਰ੍ਹਾਂ ਦਾ ਇਹ ਸਾਰਾ ਕੁਝ ਮੈਂ ਦੇਖਿਆ ਹੈਗਾ। ਇਹ ਸਟੇਟ ਪਿੱਛੇ ਲੱਗ ਗਈ ਸਟੇਟ ਦੇ ਉਦੋਂ ਬਾਅਦ ਫਿਰ ਜਿਵੇਂ ਅਸੀਂ ਸੁਣਦੇ ਹਾਂ ਕਿ ਤੁਹਾਡੇ ਨਾਲ ਤਸ਼ੱਦਦ ਬੜੇ ਹੋਏ ਆ। ਤਸ਼ੱਦਦ ਦੀ ਸ਼ੁਰੂਆਤ ਫਿਰ ਕਿੱਥੋਂ ਹੋਈ? ਸ਼ਹਾਦਤ ਦੀ ਸ਼ੁਰੂ ਹੋਈ ਭਰਤਪੁਰ ਜੇਲ੍ਹ ਚੋਂ। ਠੀਕ ਹੈ ਜੀ। ਜਿੱਥੇ ਮੇਰੇ ਤੇ ਤਸ਼ੱਦਦ ਕੀਤੀ ਗਈ ਤੇ ਬਹੁਤ ਤੰਗ ਕੀਤਾ ਗਿਆ ਮੈਨੂੰ। ਠੀਕ ਹੈ ਜੀ। ਤੇ ਮੇਰਾ ਛੋਟਾ ਜਿਹਾ ਸੈੱਲ ਸੀਗਾ ਤੇ ਉਹਦੇ ਉੱਤੇ ਪੱਥਰ ਦਾ ਥੜਾ ਸੀਗਾ, ਜਿਹੜਾ ਮੇਰਾ ਮੰਜਾ ਹੁੰਦਾ ਸੀਗਾ। ਜੀ। ਉਹਦੇ ਵਿੱਚ ਹੀ WC ਸੀ, ਜਿੱਥੇ ਮੈਂ ਜੰਗਲ ਪਾਣੀ ਜਾਂਦਾ ਸੀ, ਜਿੱਥੇ ਨਹਾਉਂਦਾ ਸੀਗਾ, ਜਿੱਥੇ ਧੋਂਦਾ ਸੀਗਾ। ਜੀ। ਸਾਰਾ ਕੁਝ ਉੱਥੇ ਸੀਗਾ। ਪਰ ਸਰਦੀਆਂ 'ਚ ਠੰਡ ਬੜੀ ਸੀ। ਜੀ। ਤੇ ਮੈਨੂੰ ਇੱਕ ਦਰੀ ਮਿਲੀ ਹੋਈ ਸੀ ਤੇ ਉਹ ਗੰਦਾ ਜਿਹਾ ਜੇਲ੍ਹ ਦਾ ਕੰਬਲ। ਜੀ। ਤੇ ਮੈਂ ਪੜ੍ਹਿਆ ਹੋਇਆ ਸੀਗਾ ਕਿ ਜਿਹੜੇ ਅਮਰੀਕਾ ਦੇ ਵਿੱਚ ਗਰੀਬ ਹੁੰਦੇ ਆ, ਜੀ, ਜਿਨ੍ਹਾਂ ਦਾ ਘਰ-ਬਾਰ ਨਹੀਂ ਹੁੰਦਾ, ਜੀ, ਉਹ ਨਿਊਯਾਰਕ ਦੇ ਪਾਰਕ ਦੇ ਵਿੱਚ ਅਖਬਾਰਾਂ ਲੈ ਕੇ ਬੈਂਚਾਂ ਦੇ ਉੱਤੇ ਵਿਛਾ ਲੈਂਦੇ ਆ। ਜੀ। ਤੇ ਉਹਦੇ ਉੱਤੇ ਫਿਰ ਕੁਛ ਨਾ ਕੁਛ ਲੈ ਕੇ ਸੌਂਦੇ ਆ ਤੇ ਅਖਬਾਰਾਂ ਰੱਖਣ ਦੇ ਨਾਲ ਥੱਲਿਓਂ ਠੰਡ ਨਹੀਂ ਉੱਤੇ ਚੜ੍ਹਦੀ। ਠੀਕ ਹੈ। ਸੋ ਜਿਹੜਾ ਮੈਨੂੰ ਕੋਈ ਚੀਜ਼ ਆਉਂਦੀ ਸੀਗੀ, ਉਹ ਅਖਬਾਰਾਂ ਨੂੰ ਮੈਂ ਲਿਫਾਫੇ ਨੂੰ ਫਾੜ ਕੇ ਚੰਗੀ ਤਰ੍ਹਾਂ ਤਹਿ ਲਾ ਕੇ ਆਪਣੇ ਖੇਸ ਦੇ ਥੱਲੇ ਰੱਖ ਦਿੰਦਾ ਸੀਗਾ। ਠੀਕ ਹੈ। ਤੇ ਰਾਤ ਨੂੰ ਮੈਂ ਠੰਡੇ ਪਾਣੀ 'ਚ ਸੌਂਦਾ ਸੀਗਾ, ਠੰਡੇ ਪਾਣੀ 'ਚ ਨਹਾਉਂਦਾ ਸੀਗਾ। ਠੀਕ ਹੈ ਜੀ। ਜਿਹਦੇ ਨਾਲ ਥੋੜ੍ਹੀ ਜਿਹੀ ਗਰਮੈਸ਼ ਆ ਜਾਂਦੀ ਸੀਗੀ। ਜੀ। ਫਿਰ ਮੈਂ ਛੇਤੀ ਦਿਨੇ ਆਪਣੇ ਆਪ ਨੂੰ ਪੂੰਝ ਕੇ ਮੈਂ ਕੰਬਲ ਲੈ ਕੇ ਪੈ ਜਾਂਦਾ ਸੀਗਾ। ਉਮਰ ਕਿੰਨੀ ਸੀ ਉਦੋਂ ਤੁਹਾਡੀ? 84 ਤੇ 1943 'ਚ ਕਿੰਨੀ ਉਮਰ ਸੀਗੀ ਮੇਰੀ? 90 ਲਗਭਗ 39 ਸਾਲ। ਤੁਸੀਂ 49 ਸਾਲ। ਇਹ ਤਾਂ ਤੁਸੀਂ ਲਓ, ਤੁਸੀਂ ਹਿਸਾਬ ਕਿਤਾਬ ਕਰੋ। 39 ਸਾਲ ਹੀ ਬਣੀ। ਤੁਸੀਂ ਅਰਿਥਮੈਟਿਕ ਨਹੀਂ ਪੜ੍ਹੀ? 39 ਸਾਲ ਹੀ ਬਣੀ ਹੈ ਤੁਹਾਡੀ ਉਮਰ। ਤੇ ਅੱਛਾ, 39 ਸਾਲ ਦੀ ਉਮਰ ਦੇ ਵਿੱਚ ਇਹ ਕੰਮ ਸ਼ੁਰੂ ਹੋ ਗਿਆ ਤੁਹਾਡੇ ਨਾਲ, ਤੇ ਫਿਰ ਚੱਲਿਆ ਕਿੰਨਾ ਚਿਰ ਕਿ ਚੱਲਦਾ ਹੀ ਆਉਂਦਾ? ਇਹ ਅੱਜ ਤੱਕ ਚੱਲਦਾ ਹੁੰਦਾ ਹੈ ਨਾ। ਟ੍ਰਿਬਿਊਨ, ਇੰਡੀਅਨ ਐਕਸਪ੍ਰੈਸ, ਟਾਈਮਸ ਆਫ ਇੰਡੀਆ, ਹਿੰਦੁਸਤਾਨ ਟਾਈਮਸ। ਜੀ। ਆਈਏ ਇਹ UNA, UNI, PTI ਜੀ ਮੇਰੀ ਖਬਰ ਨਹੀਂ ਲਾਉਂਦੀਆਂ, ਕਿਉਂਕਿ ਇਹਨਾਂ ਨੂੰ ਹਿੰਦੁੱਤਵਾਦੀ ਸਰਕਾਰ ਕਹਿੰਦੀ ਹੈ ਜੀ ਕਿ ਜਿਵੇਂ ਇੱਕ ਸੀਰੀਅਸ ਕੋਵਿਡ ਬਿਮਾਰ ਨੂੰ ਆਕਸੀਜਨ ਦੇਣਾ ਪੈਂਦਾ ਨਾ, ਜੀ ਇਸੇ ਤਰ੍ਹਾਂ ਜੇ ਸਿਮਰਨਜੀਤ ਸਿੰਘ ਮਾਨ ਦਾ ਬਿਆਨ ਤੁਸੀਂ ਆਪਣੀਆਂ ਅਖਬਾਰਾਂ 'ਚ ਛਾਪੋਗੇ, ਜੀ ਫਿਰ ਇਸ ਦੀ ਸੋਚ ਨੂੰ ਤੁਸੀਂ ਆਕਸੀਜਨ ਦੇ ਰਹੇ ਹੋ, ਜੀ ਜਿਹੜੀ ਹਿੰਦੂ ਰਾਜ ਤੇ ਹਿੰਦੂਤਵ ਦੇ ਲਈ ਬਹੁਤ ਹਾਨੀਕਾਰਕ ਹੈ। ਠੀਕ ਹੈ ਜੀ। ਤੁਸੀਂ ਕਲਕੱਤੇ ਤੋਂ ਨੇਪਾਲ ਵੱਲ ਗਏ, ਬਾਰਡਰ ਪਾਰ ਕਰਨਾ ਸੀ। ਬਾਰਡਰ ਪਾਰ ਕਰਨ ਦਾ ਕੀ ਕਾਰਨ ਸੀ ਤੇ ਕਿਹਨੂੰ ਮਿਲਣਾ ਸੀ? ਇਹ ਤਾਂ ਨਹੀਂ ਮੈਂ ਦੱਸਦਾ ਕਿਹਨੂੰ ਮਿਲਣਾ ਸੀਗਾ, ਕਿਉਂ ਕਰਕੇ ਅਜੇ ਉਹ ਚੀਜ਼ਾਂ ਜੇ ਖੁਫੀਆ ਰਹਿ ਜਾਣ ਤਾਂ ਠੀਕ ਹੈ। ਠੀਕ ਹੈ ਜੀ। ਤੇ ਮੈਂ ਆਪਣੀ ਜਾਨ ਬਚਾਉਣ ਤੇ ਇਹ
ਸਿੱਖ ਲਹਿਰ ਨੂੰ ਥੋੜ੍ਹਾ ਜਿਹਾ ਹਲੂਣਾ ਦੇਣ ਦੇ ਲਈ ਹਾਂਜੀ ਬਾਹਰ ਚੱਲਿਆ ਸੀਗਾ। ਬਾਹਰ ਚਲੇ ਸੀਗੇ। ਤਿਹਾੜ ਜੇਲ੍ਹ ਦੇ ਵਿੱਚ ਵੀ ਰਹੇ ਹੋ ਹਾਂ, ਤੇ ਅੱਜ ਕਿੰਨਾ ਸਮਾਂ? ਕਦੇ 1 ਮਹੀਨਾ, ਕਦੇ 2 ਮਹੀਨੇ, ਫਿਰ ਮੈਨੂੰ ਭਾਗਲਪੁਰ ਵਾਪਸ ਭੇਜ ਦਿੰਦੇ ਸੀਗੇ। ਉਧਰ ਭੇਜ ਦਿੰਦੇ ਸੀ। ਕੁੱਲ ਜੇ ਸਮਾਂ ਤੁਸੀਂ ਲਾਇਆ ਕਦੇ ਵੀ, ਕਿੰਨਾ ਸਮਾਂ ਜੇਲ੍ਹ ਦੇ ਵਿੱਚ ਬਤੀਤ ਕੀਤਾ? 5 ਸਾਲ। 5 ਸਾਲ। 1984 ਤੋਂ 1999 ਜਦੋਂ ਸਿੱਖ ਕੌਮ ਨੇ ਮੈਨੂੰ ਫਾਂਸੀ ਤੋਂ ਛੁਡਾਤਾ ਤੇ ਵੋਟਾਂ ਪਾ ਕੇ ਮੈਨੂੰ ਰਿਹਾ ਕਰਾਤਾ। ਜੀ, ਫਾਂਸੀ ਦੀ ਫਾਂਸੀ ਹੋਣੀ ਸੀ ਤੁਹਾਨੂੰ? ਤੇ ਹੋਰ ਕੀ ਹੋਣਾ ਸੀਗਾ ਮੈਨੂੰ। ਠੀਕ ਹੈ। ਤੇ ਫਿਰ ਉਹ ਵੋਟਾਂ ਪਾ ਕੇ ਕਿਵੇਂ, ਉਹ ਵੀ ਗੱਲ ਥੋੜੀ ਸਮਝਾਇਓ ਸਾਨੂੰ। ਹਾਂ, ਵੋਟਾਂ ਪਾ ਕੇ ਸਰਕਾਰ ਪਲਟ ਗਈ ਰਾਜੀਵ ਗਾਂਧੀ ਦੀ। ਠੀਕ ਹੈ ਜੀ। ਵੋਟਾਂ ਦਾ ਅਸਰ ਬਹੁਤ ਹੁੰਦਾ ਹੈ ਜੀ। ਤਦੇ ਤਾਂ ਮੈਨੂੰ ਹਰਾ ਦਿੰਦੇ ਆ ਹਰੇਕ ਵਾਰੀ ਕਿ ਇਹ ਕਿਤੇ ਇਹ ਅਸੈਂਬਲੀ ਪਾਰਲੀਮੈਂਟ ਨਾ ਪਹੁੰਚ ਜੇ। ਠੀਕ ਹੈ ਜੀ। ਸਾਰਾ ਹਿੰਦੁਤਵਾ ਇੰਡੀਅਨ ਸਟੇਟ ਜਿਹੜੀ ਨਿਊਕਲੀਅਰ ਪਾਵਰ ਹੈ ਜੀ, ਇਹ ਛੋਟੀ ਪਾਵਰ ਤਾਂ ਨਹੀਂ ਹੈ ਜੀ। ਤਦੇ ਤਾਂ ਸਾਡੇ ਮਹਾਰਾਜਾ ਪਟਿਆਲਾ, ਇਹ ਬਾਦਲ ਸਾਹਿਬ, ਹੋਰ ਸਾਹਿਬ ਬੀਜੇਪੀ ਦੇ ਨਾਲ ਰਲ ਗਏ ਹੈ ਕਿ ਹਕੂਮਤ ਨਾਲ ਰਹੀਏ ਤਾਂ ਸਾਡਾ ਜਿਹੜਾ ਇਹ ਲੈਣਾ ਦੇਣਾ ਬਚ ਜੂਗਾ ਜੀ। ਹਾਂ, ਬੜੀ ਵੱਡੀ ਤਾਕਤ ਹੈ ਜੀ। ਇਹ ਪਤਾ ਨਹੀਂ ਤੁਹਾਡੀ ਇੰਟਰਵਿਊ ਵੀ ਥਰੂ ਜਾਣ ਦੇਊਗੀ ਕਿ ਨਹੀਂ। ਅੱਛਾ, ਇੱਧਰ ਪੰਜਾਬ ਦੇ ਕਿਹੜੇ ਰਾਜਨੀਤਿਕ ਲੋਕਾਂ ਨਾਲ ਤੁਹਾਡੀਆਂ ਰਿਸ਼ਤੇਦਾਰੀਆਂ ਜੀ? ਰਿਸ਼ਤੇਦਾਰੀਆਂ ਤਾਂ ਸਾਰਿਆਂ ਨਾਲ ਹੀ ਹੈ। ਮੁੱਖ ਜੇ ਨਾਂ ਲੈਣੇ ਹੋਣ? ਸਾਰੇ ਨਾਲ ਹੈ ਜੀ, ਕਿਸੇ ਨਾਲ ਨਹੀਂ ਹੈ। ਸਾਰਿਆਂ ਨਾਲ ਹੀ ਹੈ? ਹਾਂ, ਸਾਰੇ ਨਾਲ ਹੈ। ਕੈਪਟਨ ਅਮਰਿੰਦਰ ਸਿੰਘ ਨਾਲ? ਉਹਨਾਂ ਨਾਲ ਵੀ ਹੈ। ਜਦੋਂ ਬਲੂ ਸਟਾਰ ਹੋਇਆ ਉਹ ਵੀ ਪਾਸੇ ਹਟ ਗਏ ਸੀ, ਉਹਨਾਂ ਨੇ ਵੀ ਕਹਿੰਦੇ ਅਸਤੀਫਾ ਦੇ ਦਿੱਤਾ ਸੀਗਾ। ਫਿਰ ਉਹ ਤੁਸੀਂ ਇੱਧਰ ਚੱਲ ਪਏ ਪੱਕੇ ਤੌਰ 'ਤੇ, ਉਹ ਫਿਰ ਬਦਲਦੇ ਰਹੇ ਸਮੇਂ ਤੇ। ਕੀ ਲੱਗਦਾ ਤੁਹਾਨੂੰ ਇਸ ਚੀਜ਼ 'ਤੇ, ਕੀ ਲੱਗਦਾ? ਦੇਖੋ, ਇਹ ਔਰੰਗਜ਼ੇਬ ਨੇ ਆਪਣਾ ਬਾਪ ਸ਼ਾਹਜਹਾਨ ਇਹ ਆਗਰੇ ਦੇ ਕਿਲੇ ਦੇ ਵਿੱਚ ਕੈਦ ਕਰਤਾ ਸੀਗਾ ਜੀ, ਹੈ ਨਾ ਜੀ। ਸੋਚ ਸੀ, ਸੋਚ ਤਾਂ ਭਰਾਵਾਂ ਦੀ ਵੀ ਅਲੱਗ ਹੋ ਸਕਦੀ ਹੈ, ਪਿਓ ਤੇ ਬੱਚੇ ਦੀ ਵੀ ਅਲੱਗ ਹੋ ਸਕਦੀ ਹੈ, ਨਹੀਂ? ਵਿਚਾਰ ਵੱਖੋ ਵੱਖਰੇ ਸੀ। ਹਾਂ, ਵੱਖੋ ਵੱਖਰੇ ਵਿਚਾਰ ਸੀ। ਸਮਝਣੇ ਵਾਲੇ ਸਮਝ ਜਾਂਦੇ ਆ। ਹੁਣ ਤੁਹਾਨੂੰ ਦੱਸਦਾ ਦਿੱਤਾ ਕਿ ਔਰੰਗਜ਼ੇਬ ਨੇ ਹਾਂਜੀ ਆਪਣੇ ਬਾਪ ਸ਼ਾਹਜਹਾਨ ਨੂੰ ਵੀ ਆਗਰੇ ਦੇ ਕਿਲੇ 'ਚ ਬੰਦ ਕਰਤਾ ਸੀ। ਜੀ। ਮਾਨ ਸਾਹਿਬ, ਜਿਹੜਾ ਕਿਰਪਾਨ ਵਾਲਾ ਰੌਲਾ ਪੈਂਦਾ ਉਹਦੇ ਤੇ ਕਹਿੰਦੇ ਆ ਕਿ ਕਈ ਲੋਕ ਕਹਿੰਦੇ ਆ ਕਿ ਜਿਤਾ ਕੇ ਭੇਜਿਆ ਸੀ ਮਾਨ ਸਾਹਿਬ ਨੂੰ, ਪੂਰੀ ਬਹੁਮਤ ਦਿੱਤੀ ਸੀ, ਸਾਰਾ ਕੁਝ ਦਿੱਤਾ ਸੀ, ਕਿਰਪਾਨ ਦੇ ਮਸਲੇ ਤੇ ਕਹਿੰਦੇ ਅੜ ਗਏ। ਉਹ ਕੀ ਕਾਰਨ ਸੀ? ਉਹ ਤਾਂ ਜੀ ਇਹ ਗਵਰਨਮੈਂਟ ਆਫ ਇੰਡੀਆ ਨੇ, SGPC ਨੇ, ਗਵਰਨਮੈਂਟ ਆਫ ਇੰਡੀਆ ਦੇ ਦਲਾਲ ਜਿਵੇਂ ਟੋੜਾ ਸਾਹਿਬ ਸੀ, ਉਹਨਾਂ ਨੇ ਕਿਹਾ ਕਿ ਸਿਮਰਨਜੀਤ ਸਿੰਘ ਮਾਨ ਨੇ ਕਿਰਪਾਨ ਦੇ ਨਾਲ ਜਾ ਕੇ ਕੀ ਪਾਰਲੀਮੈਂਟ ਦੇ ਵਿੱਚ ਗੱਤਕਾ ਖੇਡਣਾ ਜੀ। ਹੁਣ ਕਕਾਰਾਂ ਦੇ ਵਿੱਚੋਂ ਕਿਰਪਾਨ ਇੱਕ ਹੈ ਸਾਡੀ। ਕਕਾਰ ਇਹ ਰਾਜ ਭਾਗ ਦੀ ਨਿਸ਼ਾਨੀ ਹੈ ਜੀ। ਜਦੋਂ ਮੁਗਲ ਹਕੂਮਤ ਸੀਗੀ ਉਦੋਂ ਕੋਈ ਵੀ ਗੈਰ ਮੁਸਲਮਾਨ ਕਿਰਪਾਨ ਨਹੀਂ ਸੀ ਫੜ ਸਕਦਾ, ਬਾਜ ਦੇ ਨਾਲ ਸ਼ਿਕਾਰ ਨਹੀਂ ਸੀ ਖੇਡ ਸਕਦਾ, ਘੋੜੇ ਦੀ ਸਵਾਰੀ ਨਹੀਂ ਸੀ ਕਰ ਸਕਦਾ। ਤੇ ਇਹ ਸਾਰੀਆਂ ਜਿਹੜੀਆਂ ਕਲਗੀ ਨਹੀਂ ਸੀ ਪਹਿਨ ਸਕਦਾ ਜੀ। ਇਹ ਸਾਰੀਆਂ ਚੀਜ਼ਾਂ 6ਵੇਂ ਪਾਤਸ਼ਾਹ ਨੇ ਸਾਨੂੰ ਦਿੱਤੀਆਂ ਜੀ। ਇਹ ਰਾਜ ਭਾਗ ਕਰਨ ਵਾਲੀ ਕੌਮ ਹੈ ਜੀ, ਹੈ ਨਾ। ਇਹ ਆਲੂ ਮਟਰ ਗੋਭੀ ਨਹੀਂ ਹੈ, ਇਹ ਰਾਜ ਕਰਨ ਵਾਲੀ ਕੌਮ ਹੈ। ਅੱਜ ਅਖਬਾਰ 'ਚ ਆਇਆ ਇੱਕ ਬੀਬੀ ਨੇ ਕਿਹਾ ਕਿ ਜੇ ਸਾਡੀਆਂ ਬੀਬੀਆਂ ਦੀ ਹਕੂਮਤ ਹਿੰਦੁਤਵਾ ਦੀ ਹਜਾਬ ਨਹੀਂ ਪਹਿਨਣ ਦਿੰਦੀ ਜੀ, ਸਿੱਖਾਂ ਦੀ ਪੱਗ ਲਾ ਕੇ ਤਾਂ ਦਿਖਾਏ ਜੀ। ਫਿਰ ਜੇ ਕੁਛ ਹੈਗੇ ਹੈ ਤੇ ਤਾਂ ਹੀ ਉਹ ਬੀਬੀ ਨੇ ਕਿਹਾ। ਤੇ ਮਾਨ ਸਾਹਿਬ, ਜਿਹੜੀ ਗੱਲ ਆ ਜਾਂਦੀ ਹੈਗੀ ਕਿ ਤੁਹਾਡੀ ਕਿਰਪਾਨ ਤੇ ਆ ਜਾਂਦੀ ਹੈ, ਉਹ ਇੱਥੇ ਉਹ ਵੀ ਕਹਿੰਦਾ ਕਿ ਵੀ ਆਪਾਂ ਛੋਟਾ ਵੀ ਕਕਾਰ ਲੈ ਕੇ ਜਾ ਸਕਦੇ ਸੀ, ਸ੍ਰੀ ਸਾਹਿਬ ਲੈ ਕੇ ਵੀ ਜਾ ਸਕਦੇ ਸੀ, ਜੇ ਆਪਾਂ ਉੱਥੇ ਆਵਾਜ਼ ਉਠਾਉਂਦੇ, ਤੁਸੀਂ ਜਿਹੜੇ ਆਪਦੇ ਮੁੱਦੇ ਸੀ ਪੰਜਾਬ ਦੇ, ਤੁਸੀਂ ਅੱਜ ਵੀ ਕਹਿੰਦੇ ਉਹਨਾਂ ਦੀ ਆਵਾਜ਼ ਵੀ ਉਠਾ ਸਕਦੇ ਸੀ। ਸਮਝਦੇ ਨਹੀਂ ਨਾ ਕਿ ਆਹ ਦੇਖੋ ਇਹ ਮੈਂ ਕਿਰਪਾਨ ਪਹਿਨੀ ਹੋਈ ਹੈ। ਜੀ। ਕਨਸਟੀਟਿਊਸ਼ਨ ਦੇ ਵਿੱਚ ਲਿਖਿਆ ਹੈ ਕਿ ਅ ਸਿੱਖ ਕੈਨ ਵੇਅਰ, ਪਹਿਨ ਵੀ ਸਕਦਾ ਹੈ ਜੀ, ਐਂਡ ਕੈਰੀ ਹਿਸ ਕਿਰਪਾਨ। ਜੀ। ਇਹ ਮੇਰਾ ਕਨਸਟੀਟਿਊਸ਼ਨਲ ਰਾਈਟ ਹੈ ਜੀ। ਉਸ ਵੇਲੇ ਸਾਡੇ ਸਿੱਖ
ਆਜ਼ਾਦੀ ਦੀ ਜੰਗ ਲੜ ਰਹੇ ਸੀਗੇ ਜੀ ਆਪਣੀਆਂ ਜਾਨਾਂ ਦੇ ਰਹੇ ਸੀਗੇ ਜੀ ਉਸ ਵਕਤ ਜੇ ਮੈਂ ਕਿਰਪਾਨ ਆਪਣਾ ਹੱਕ ਐਕਸਰਸਾਈਜ਼ ਨਾ ਕਰਦਾ ਜੀ ਮੈਨੂੰ ਤਾਂ ਉਹਨਾਂ ਨੇ ਕਹਿਣਾ ਸੀਗਾ ਇਹ ਤਾਂ ਯਾਰ ਇਹ ਬਾਦਲੀ ਹੈ ਇਹ ਜਾਂ ਬਾਦਲੀ ਹੈ ਜਾਂ ਇਹ ਰਵੈਤੀ ਹੈ ਜੀ। ਜਾਂ ਟੋੜਾ ਹੈ ਜੀ ਮੈਂ ਤਾਂ ਉਦੋਂ ਹੀ ਬਦਨਾਮ ਹੋ ਜਾਣਾ ਸੀਗਾ ਅਜੇ ਮੈਂ ਪੁੰਗਰਿਆ ਨਹੀਂ ਸੀ ਪੁੰਗਰਨ ਤੋਂ ਪਹਿਲਾਂ ਹੀ ਮੈਨੂੰ ਤਾਂ ਬਦਨਾਮ ਕਰ ਦੇਣਾ ਸੀਗਾ ਸੋ ਮੈਂ ਆਪਣੀ ਕੌਮ ਨਾਲ ਰਹਿਣਾ ਚਾਹੁੰਦਾ ਸੀ ਨਾ ਹਿੰਦੂ ਰਾਸ਼ਟਰ ਦੇ ਨਾਲ ਰਹਿਣਾ ਚਾਹੁੰਦਾ ਹੁਣ ਤੁਸੀਂ ਮਾਨ ਸਾਹਿਬ ਜਦੋਂ ਤੁਸੀਂ ਐਸਐਸਪੀ ਸੀ ਪ੍ਰਕਾਸ਼ ਸਿੰਘ ਬਾਦਲ ਸੀਐਮਬੀ ਸੀ ਕਹਿੰਦੇ ਤੁਹਾਡੀ ਬੜੀ ਲਿਹਾਜ਼ ਹੁੰਦੀ ਸੀ ਹਾਂ ਬੜੀ ਲਿਹਾਜ਼ ਸੀ ਉਹ ਮੇਰਾ ਚੀਫ ਮਿਨਿਸਟਰ ਸੀਗਾ ਸਰਵਿਸ ਦੇ ਮੁਤਾਬਕ ਮੈਨੂੰ ਪੂਰੀ ਵਫਾਦਾਰੀ ਦਿਖਾਉਣੀ ਪੈਂਦੀ ਸੀ ਤੇ ਮੈਂ ਜੀ। ਕਰਦਾ ਸੀਗਾ ਬਾਦਲ ਸਾਹਿਬ ਦੀ ਤੇ ਬਾਦਲ ਸਾਹਿਬ ਨੂੰ ਤਾਂ ਕੋਈ ਪਤਾ ਹੈ ਨਹੀਂ ਸੀਗਾ ਕਿ ਕਿਵੇਂ ਰਾਜ ਕਰੀਦਾ ਜੀ ਜਿਵੇਂ ਪ੍ਰਾਈਮ ਮਿਨਿਸਟਰ ਦੀ ਸਿਕਿਉਰਿਟੀ ਹੈ ਜੀ ਇਹੋ ਜਿਹੀ ਸਿਕਿਉਰਿਟੀ ਦਾ ਪ੍ਰਬੰਧ ਮੈਂ ਕਰਤਾ ਸੀਗਾ ਵਿੱਚ ਐਂਬੂਲੈਂਸ ਚੱਲਦੀ ਸੀਗੀ ਫਿਰ ਜਿਹੜੀ ਹੁਣ ਚੱਲਦੀ ਅੱਜ ਵੀ ਚੱਲਦੀ ਹੈ ਹਾਂ ਇਹ ਉਦੋਂ ਤੋਂ ਕੀਤੀ ਹੋਈ ਹੈ ਜੀ? ਉਦੋਂ ਮੈਂ ਲਾਈ ਹੈ ਠੀਕ ਹੈ ਫਾਇਰ ਇੰਜਨ ਉਹ ਵੀ ਲਾਇਆ ਮੈਂ ਠੀਕ ਹੈ ਜੀ ਸਾਰਾ ਕੁਝ ਤਾਂ ਮੈਂ ਕੀਤਾ ਠੀਕ ਹੈ ਜੀ ਅੱਛਾ ਇਹ ਤੁਹਾਡੀ ਸ਼ੁਰੂਆਤ ਕੀਤੀ ਵੀ ਹੈ ਜਿਹੜੀ ਅੱਜ ਸਿਕਿਉਰਟੀਆਂ ਐਂਬੂਲੈਂਸ ਵਗੈਰਾ ਸਾਰਾ ਕੁਝ ਚੱਲਦੀ ਚੀਫ ਮਿਨਿਸਟਰ ਫਾਇਰ ਇੰਜਨ ਤਦੇ ਚੱਲਦੇ ਆ ਨਾ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਤੇ ਇਹ ਕਹਿੰਦੇ ਤੁਸੀਂ ਉਹਨਾਂ ਦੇ ਕਹਿਣ ਤੇ ਕੋਈ ਧੱਕਾ ਧੁੱਕਾ ਵੀ ਕੀਤਾ ਜੀ ਨਾ ਧੱਕਾ ਨਹੀਂ ਮੈਂ ਕੀਤਾ ਹੈਗਾ ਹਾਂਜੀ ਧੱਕਾ ਨਹੀਂ ਉਹਨਾਂ ਦਾ ਜਿਹੜਾ ਕਜ਼ਨ ਸੀਗਾ ਨਾ ਹਾਂਜੀ ਉਹ ਕਹਿੰਦਾ ਸੀਗਾ ਮੈਨੂੰ ਲਾਇਸੈਂਸ ਦਿਓ ਇਹ ਕਾਰਬਾਈਨ ਦਾ ਜੀ ਮੈਂ ਕਿਹਾ ਜਿਵੇਂ ਤੁਸੀਂ ਹੁਣ ਸਿੱਧੂ ਸਾਹਿਬ ਆਪਣੇ ਨਾਂ ਦੇ ਨਾਲ ਸਿੰਘ ਵੀ ਨਹੀਂ ਲਾਉਂਦੇ ਠੀਕ ਹੈ ਜੀ ਇਹੋ ਜਿਹਾ ਚਿਹਰਾ ਸੀ ਮੈਂ ਕਿਹਾ ਜੇ ਦਾੜੀ ਕੇਸ ਰੱਖੇਗਾ ਫੇਰ ਮੈਂ ਦਊਂਗਾ ਜੀ ਉਹਨੇ ਆਪਣੇ ਭਾਬੀ ਜੀ ਨੂੰ ਦੱਸਤਾ ਜਾ ਕੇ ਜੀ ਤੇ ਬੀਬੀ ਜੀ ਕਹਿੰਦੇ ਕਿ ਮਾਨ ਸਾਹਿਬ ਤਾਂ ਤੁਸੀਂ ਬਹੁਤ ਚੰਗਾ ਕੀਤਾ ਜਿਹੜੀ ਮੇਰੇ ਦਿਓਰ ਦੀ ਦਾੜੀ ਕੇਸ ਰਖਾਤੇ ਆ ਹੁਣ ਉਹਨੂੰ ਕਾਰਬਾਈਨ ਦੇ ਦੋਗੇ ਮੈਂ ਕਿਹਾ ਹਾਂ ਜੀ ਦੇ ਦੂੰਗਾ ਇਹ ਤੁਹਾਡੀ ਗੱਲ ਬਹੁਤ ਸੀਗੀ ਸਾਡੇ ਵੀ ਕੋਈ ਹੈ ਨੇੜਲੇ ਉਹ ਕਹਿੰਦੇ ਵੀ ਬਾਦਲ ਸਾਹਿਬ ਉਦੋਂ ਐਸਐਸਪੀ ਕੋਲ ਪਾਵਰ ਹੁੰਦੀ ਸੀ ਮਾਨ ਸਾਹਿਬ ਭਰਤੀ ਕਰਨ ਦੀ ਸਾਰਾ ਕੁਝ ਐਸਐਸਪੀ ਕੋਲ ਹਾਂਜੀ ਹੁਣ ਤਾਂ ਪਰ ਤੁਸੀਂ ਦੱਸੋ ਤੁਸੀਂ ਸਿੰਘ ਕਿਉਂ ਨਹੀਂ ਲਾਉਂਦੇ ਹਾਂਜੀ। ਇਹ ਜਿਹੜੇ ਪੱਤਰਕਾਰ ਨੇ ਜੀ ਇਹ ਆਪਣੇ ਨਾਂ ਦੇ ਪਿੱਛੇ ਜਿਵੇਂ ਗੁਰਬਚਨ ਜਗਤ ਹੈ ਜੀ ਤੇ ਹੋਰ ਮੈਂ ਕਈ ਦੇਖੇ ਹੈ ਇਹ ਸਿੰਘ ਕਿਉਂ ਨਹੀਂ ਲਾਉਂਦੇ ਤੁਸੀਂ ਕਾਮਰੇਡ ਨਹੀਂ। ਹਾਂ ਫਿਰ ਤੁਹਾਨੂੰ ਹਿੰਦੂਤਵਾ ਕੋਈ ਰਿਆਇਤ ਕਰ ਦਿੰਦੀ ਹੈ ਕਿ ਜੇ ਤੁਸੀਂ ਸਿੰਘ ਲੜਾ ਦੋਗੇ ਤੇ ਤੁਹਾਨੂੰ ਮੇਰਾ ਮਤਲਬ ਆਉਣ ਜਾਣ ਦਾ ਕਿਤੇ ਫਾਇਦਾ ਹੋ ਜਾਊਗਾ ਨਹੀਂ, ਉਹ ਕੋਈ ਜਾਂ ਫਾਇਦਾ ਨਹੀਂ ਹੁੰਦਾ। ਪਾਸਪੋਰਟ ਛੇਤੀ ਮਿਲ ਜਾਊਗਾ ਜਾਂ ਵੀਜ਼ਾ ਛੇਤੀ ਮਿਲ ਜਾਊਗਾ ਕੁਝ ਪਰ ਸਿੰਘ ਦਾ ਦੱਸੋ ਨਾ ਮੈਂ ਅੱਜ ਤੁਹਾਡੇ ਨਾਲ ਵੀ ਮੈਂ ਇੰਟਰਵਿਊ ਜਿਹੜੀ ਤੁਸੀਂ ਮੇਰੀ ਦਿਲ ਤੋਂ ਦਿਲ ਕਰ ਰਹੇ ਹੋ ਨਾ ਜੀ ਇਹ ਮੈਨੂੰ ਦੱਸੋ ਕਿ ਜਿਹੜੇ ਕਾਫੀ ਕੋਰਸਪੋਂਡੈਂਸ ਤੇ ਤੁਹਾਡੇ ਅਖਬਾਰ ਨਵੀਸ ਹੈ ਜੀ ਜਿਹੜੇ ਆਪਣੇ ਨਾਂ ਦੇ ਪਿੱਛੇ ਸਿੰਘ ਨਹੀਂ ਲਾਉਂਦੇ ਜਾਂ ਪਿੰਡ ਦਾ ਨਾਂ ਲਾ ਲੈਂਦੇ ਆ ਜਾਂ ਆਪਦਾ ਗੋਤ ਲਾ ਲੈਂਦੇ ਆ ਸਿੰਘ ਨਹੀਂ ਨਾ ਲਾਉਂਦੇ ਸਿੰਘ ਨਹੀਂ ਲਾਉਂਦੇ। ਇਹ ਕੀ ਤੁਹਾਨੂੰ ਸੰਗ ਆਉਂਦੀ ਹੈ ਕਿ ਸਿੱਖ ਨਾ ਕਿਤੇ ਮੈਨੂੰ ਕੋਈ ਕਹਿ ਦੇ ਕਿਉਂ ਕਰਕੇ ਹਕੂਮਤ ਹੈ ਜੀ ਜਿਹੜੀ ਜੀ 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 ਉਹ ਤਾਂ ਹਿੰਦੂ ਹੈ ਜੀ ਤੇ ਹਿੰਦੂ ਹਕੂਮਤ ਦੇ ਵਿੱਚ ਕੋਈ ਵੀ ਕੀ ਹੋਵੇ ਜੀ ਹੁਣ ਬਰਤਾਨੀਆ ਦੀ ਹਕੂਮਤ ਸੀਗੀ ਜੀ 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 ਅਸੀਂ ਸਾਰੇ ਸੂਟ ਵੇਸਟਕੋਟ ਨੈਕਟਾਈ ਲਾ ਕੇ ਰੱਖਦੇ ਸੀਗੇ ਜੀ 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 ਸਾਰੇ ਉਹਨਾਂ ਦੇ ਫੈਸ਼ਨ ਜਿਹੜੇ ਸੀਗੇ ਕਰਦੇ ਸੀਗੇ ਜੀ 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 ਤੇ ਜੇ ਹਿੰਦੂਤਵਾ ਦੀ ਹਕੂਮਤ ਹੈ ਜੀ ਫਿਰ ਕੁਛ ਨਾ ਕੁਛ ਤਾਂ ਸਿੱਧੂ ਸਾਹਿਬ ਹੋਣਾ ਹੈ ਜਿਹੜਾ ਤੁਸੀਂ ਲੋਕ ਸਿੰਘ ਨਹੀਂ ਲਾਉਂਦੇ ਆਪਣੇ ਨਾਂ ਤੋਂ ਬਾਅਦ ਨਹੀਂ ਉਹ ਅਜਿਹਾ ਕੁਝ ਨਹੀਂ ਜੀ ਪਰ ਲਾਇਆ ਕਰਾਂਗੇ ਕੋਈ ਗੱਲ ਮਾਨ ਸਾਹਿਬ ਅੱਜ ਤੁਹਾਡੀ ਗੱਲ ਵੀ ਅਸੀਂ ਮੰਨ ਲੈਂਦੇ ਹਾਂ ਕਿ ਅੱਜ ਤੋਂ ਮਨਿੰਦਰਜੀਤ ਸਿੰਘ ਸਿੱਧੂ ਕਿਹਾ ਕਰਾਂਗੇ ਹਾਂ ਮੇਰਾ ਮਤਲਬ ਮੈਨੂੰ ਲੱਗਦਾ ਹੈ ਕਿ ਜਿਵੇਂ ਅਸੀਂ ਅੰਗਰੇਜ਼ਾਂ ਦੇ ਰਾਜ ਦੇ ਵਿੱਚ ਅੰਗਰੇਜ਼ਾਂ ਦੇ ਇਹ ਖਾਣਾ ਪੀਣਾ ਉਸੇ ਤਰ੍ਹਾਂ ਕਾਂਟਾ ਛੁਰੀ ਚਮਚੇ ਪਲੇਟਾਂ ਨੈਕਟਾਈ ਵਧੀਆ ਸੂਟ ਹਾਂ ਪਹਿਨਣ ਲੱਗ ਪਏ ਸੀਗੇ ਹਾਂਜੀ ਜਦ ਦਾ ਹਿੰਦੂ ਰਾਜ ਆਇਆ ਸਾਡੇ ਸਿੱਖ ਇੱਕ ਤਾਂ ਸਿਰ ਮੂੰਹ ਬਣਾ ਦਿੰਦੇ ਆ ਹਾਂਜੀ ਤੇ ਇੱਕ ਇਹ ਫਿਰ ਸਿੰਘ ਨਹੀਂ ਲਾਉਂਦੇ ਆਪਣੇ ਨਾਂ ਥੱਲੇ ਇਹ ਜਿਹੜੀ ਇਹ ਮਿਸਟਰੀ ਹੈ ਨਾ ਹਾਂਜੀ ਇਹ ਜ਼ਰੂਰ ਕੱਢ ਕੇ ਦਿਓ ਮੈਨੂੰ ਨਹੀਂ ਇਹ ਸਾਨੂੰ ਵੀ ਨਹੀਂ ਇਹਦੇ ਹਜੇ ਬਾਰੇ ਪਤਾ ਪਰ ਜਿਹੜੀ ਅਸੀਂ ਤੁਹਾਡੀ ਗੱਲ ਜ਼ਰੂਰ ਮੰਨਾਂਗੇ ਉਹ ਮੰਨ ਤਾਂ ਲਓਗੇ ਪਰ ਦਲੀਲ ਨਾਲ ਮੰਨੋ ਨਾ ਨਹੀਂ ਦਲੀ ਮਾਨ ਸਾਹਿਬ ਇੱਕ ਸਵਾਲ ਹੈ ਜਿਹੜਾ ਹੁਣ ਤਾਜ਼ਾ ਘਟਨਾ ਹੋਈ ਹੈ ਦੀਪ ਸਿੱਧੂ ਤੇ ਹੈ ਜੋ ਦੀਪ ਸਿੱਧੂ ਦਾ ਘਟਨਾਕ੍ਰਮ ਵਾਪਰਿਆ ਉਹਦੇ ਤੇ ਇੱਕ ਸਵਾਲ ਹੈ ਕਿ ਦੀਪ ਸਿੱਧੂ ਨੂੰ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦਾ ਕਈ ਅੱਧੀ ਫੋਟੋ ਉਹਨਾਂ ਦੀ ਲਗਾ ਕੇ ਅੱਧੀ ਫੋਟੋ ਉਹਦੀ ਲਗਾ ਕੇ ਕਈ ਕਹਿ ਰਹੇ ਆ ਕਿ ਸੰਤ ਜਰਨੈਲ ਸਿੰਘ ਭਿੰਡਰਾਂ ਦੇ ਰੂਪ ਹੈ
ਉਹਨਾਂ ਨਾਲ ਕੰਪੈਰੀਜ਼ਨ ਕੀਤਾ ਜਾ ਰਿਹਾ, ਕੀ ਕੀਤਾ ਜਾ ਸਕਦਾ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨਾਲ? ਇਹ ਤਾਂ ਜਿਹੜਾ ਤੁਸੀਂ ਸਵਾਲ ਪੁੱਛਿਆ ਇਹਦਾ ਜਵਾਬ ਤੁਸੀਂ ਆਪ ਦਿਓ, ਕਿਉਂ ਕਰਕੇ ਮੈਂ ਐਡਾ ਮੁਸ਼ਕਲ ਜਵਾਬ ਨਹੀਂ ਦੇ ਸਕਦਾ, ਕਿਉਂ ਕਰਕੇ ਮੈਨੂੰ ਇੰਨਾ ਇਹ ਅਜੇ ਵਾਹਿਗੁਰੂ ਤੋਂ ਇੰਨਾ ਗਿਆਨ ਪ੍ਰਾਪਤ ਨਹੀਂ ਹੋਇਆ ਹੈਗਾ। ਜਦੋਂ ਗਿਆਨ ਪ੍ਰਾਪਤ ਹੋ ਤੁਸੀਂ ਦੋਨਾਂ ਨੂੰ ਮਿਲੇ ਹੋ ਜੀ? ਹੈ, ਤੁਸੀਂ ਦੋਨਾਂ ਨੂੰ ਹੀ ਮਿਲੇ ਹੋ? ਹਾਂ ਮੈਂ ਮਿਲਿਆ ਹਾਂ, ਪਰ ਮੈਨੂੰ ਇਹ ਤਾਂ ਨਹੀਂ ਮੈਂ ਜਵਾਬ ਦੇ ਸਕਦਾ ਕਿ ਸੰਤਾਂ ਦੇ ਰੂਪ ਦੇ ਵਿੱਚ ਕੋਈ ਆ ਜੇ ਜਾਂ ਸੰਤਾਂ ਦੇ ਰੂਪ ਦੇ ਵਿੱਚ ਕੋਈ ਚਲਿਆ ਜਾਵੇ। ਇਹ ਥਿਓਲੋਜੀਕਲ ਕੁਐਸਚਨ ਹੈ, ਇਹਦਾ ਮੈਂ ਜਵਾਬ ਧਾਰਮਿਕ ਦਾ ਦੇ ਨਹੀਂ ਸਕਦਾ ਹੈਗਾ। ਅਜੇ ਮੇਰੇ ਕੋਲੇ ਇੰਨੀ ਸੂਝ ਨਹੀਂ ਆਈ ਹੈ ਜੀ। ਹਾਂਜੀ, ਨਾ ਪੜ੍ਹਾਈ ਆਈ ਹੈ ਜੀ, ਨਾ ਮੇਰੇ ਚ। ਨਹੀਂ, ਤੁਹਾਡੇ ਕੋਲੇ ਬਹੁਤ ਹੈ ਜੀ, ਤੁਸੀਂ ਬਹੁਤ ਗਿਆਨਵਾਨ ਹੋ, ਤੁਹਾਡੀ ਬਹੁਤ ਪਕੜ ਹੈ ਹਰ ਚੀਜ਼ ਤੇ। ਇੱਥੋਂ ਤੱਕ ਨਹੀਂ ਆਈ ਜਿਹੜਾ ਸਵਾਲ ਤੁਸੀਂ ਪੁੱਛਿਆ, ਇੱਥੋਂ ਤੱਕ ਤੁਸੀਂ ਅਸੀਂ ਤਾਂ ਇਹ ਕਹਿ ਰਹੇ ਹਾਂ ਕਿ ਤੁਸੀਂ ਦੋਨਾਂ ਨੂੰ ਹੀ ਮਿਲੇ ਹੋ, ਦੋਨਾਂ ਦੇ ਸਮੇਂ ਦੇ ਵਿੱਚ ਰਹੇ ਹੋ, ਦੋਨਾਂ ਨੂੰ ਤੁਸੀਂ ਚੰਗੀ ਤਰ੍ਹਾਂ ਜਾਣਿਆ ਹੈਗਾ, ਤੇ ਦੋਨਾਂ ਦੇ ਬਾਰੇ ਇਹੀ ਚੀਜ਼ ਪੁੱਛੀ ਸੀ ਅਸੀਂ ਤਾਂ ਇਹ ਗੱਲ ਤੇ। ਹਾਂ, ਤੁਸੀਂ ਕਿਹਾ ਸੀਗਾ ਕਿ ਉਹਨਾਂ ਦਾ ਰੂਪ ਆ ਇਸ ਤਰੀਕੇ ਗਿਆ। ਨਾਲ ਪੇਸ਼ ਕੀਤਾ ਕਿਹਾ ਜਾ ਰਿਹਾ, ਮੈਂ ਤੁਹਾਨੂੰ ਇਹ ਤੇ ਸਵਾਲ ਪੁੱਛਿਆ ਸੀ। ਇਹ ਤੁਸੀਂ ਖੋਜ ਕਰਕੇ ਮੈਨੂੰ ਦੱਸਿਓ ਕੀ ਫਰਕ ਹੈ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ 'ਚ ਤੇ ਸਰਦਾਰ ਦੀਪ ਸਿੰਘ ਸਿੱਧੂ ਦੇ ਵਿੱਚ। ਉਹਦਾ ਨਾਮ ਵੀ ਨਹੀਂ ਤੁਸੀਂ ਸਿੰਘ ਲਾਉਂਦੇ, ਮੈਂ ਹਮੇਸ਼ਾ ਉਹ ਆਪ ਵੀ ਲਾਉਂਦੇ ਨਹੀਂ ਸੀਗੇ ਤਾਂ ਕਰਕੇ ਚਲੋ ਸੀਗਾ। ਮੈਂ ਤਾਂ ਲਾਉਂਦਾ ਸੀਗਾ। ਹਾਂਜੀ ਹਾਂਜੀ ਹਾਂਜੀ, ਤੁਹਾਡਾ ਵੀ ਲਾ ਦਿਆ ਕਰੂੰਗਾ ਜੇ ਮੈਨੂੰ ਹੁਕਮ ਦਿਓਗੇ। ਨਹੀਂ ਨਹੀਂ, ਸਾਡੇ ਤਾਂ ਹੁਕਮ ਹੁਣ ਕੀ ਹੈ ਜਦੋਂ ਦਾ ਮੇਰੇ ਨਾਲ ਉਹਨਾਂ ਦਾ ਵਾਹ ਪਿਆ, ਮੈਂ ਉਹਨਾਂ ਦੇ ਸਾਹਮਣੇ ਸਿੰਘ ਹੀ ਲਾਉਂਦਾ ਸੀਗਾ। ਜੀ 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 ਜੀ। ਹਾਂ, ਮਾਨ ਸਾਹਿਬ ਬਹੁਤ ਬਹੁਤ ਧੰਨਵਾਦ, ਤੁਸੀਂ ਸਮਾਂ ਦਿੱਤਾ, ਤੁਹਾਡਾ ਸਮਾਂ ਮਿਹਰਬਾਨੀ ਜੀ। ਕੀਮਤੀ ਹੈ, Thank ਤੁਸੀਂ you. ਅੱਗੇ ਵੀ ਜਾਣਾ ਹੈ ਤੇ ਬੜੀਆਂ ਵਧੀਆ ਗੱਲਾਂ ਹੋਈਆਂ, ਬੜੀ ਜਾਣਕਾਰੀ ਮਿਲੀ ਤੁਹਾਡੇ ਜੀਵਨ ਬਾਰੇ। ਬਹੁਤ ਬਹੁਤ ਧੰਨਵਾਦ ਜੀ। ਤਾਂ ਗੱਲਬਾਤ ਕੀਤੀ ਸਿਮਰਨਜੀਤ ਸਿੰਘ ਮਾਨ ਜੀ ਦੇ ਨਾਲ, ਤਾਂ ਉਹਨਾਂ ਦਾ ਕਹਿਣਾ ਉਹਨਾਂ ਦੇ ਜੀਵਨ ਪ੍ਰਤੀ ਜੋ ਸਵਾਲ ਸੀ, ਕਦੋਂ ਉਹ IPS ਦੀ ਨੌਕਰੀ ਜੁਆਇਨ ਕੀਤੀ, ਕਦੋਂ ਕਿਹੜੇ ਕਾਰਨਾਂ ਕਰਕੇ ਛੱਡੀ, ਕਿਸ ਤਰੀਕੇ ਦੇ ਨਾਲ ਇਹ ਲਹਿਰ ਨਾਲ ਜੁੜੇ ਤੇ ਕਿਵੇਂ ਅੱਜ ਤੱਕ ਬਰਕਰਾਰ ਹੈ, ਤਾਂ ਉਹਨਾਂ ਨੇ ਇਸ ਚੀਜ਼ ਦਾ, ਹਰ ਇੱਕ ਚੀਜ਼ ਦਾ ਬੜੇ ਖੁੱਲ੍ਹੇ ਤਰੀਕੇ ਦੇ ਨਾਲ ਬੜੇ ਵੱਡੇ ਜਵਾਬ ਦਿੱਤੇ। ਹਰ ਇੱਕ ਚੀਜ਼ ਦਾ ਕੋਈ ਚੀਜ਼ ਪੱਖ ਲੁਕਿਆ ਨਹੀਂ ਰਿਹਾ ਲੱਗਦਾ ਹੈ, ਤੇ ਜੇਕਰ ਕੋਈ ਲੁਕਿਆ ਵੀ ਰਿਹਾ ਤਾਂ ਅਸੀਂ ਉਹਨਾਂ ਤੋਂ ਫਿਰ ਸਮਾਂ ਲਵਾਂਗੇ ਤੇ ਫਿਰ ਚਰਚਾ ਕਰਾਂਗੇ। ਹੁਣ ਮੈਨੂੰ ਦਿਓ ਇਜਾਜ਼ਤ, ਦੇਖਦੇ ਰਹੋ ਲੋਕਵਾਈ TV।